ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਧਨ, ਪਦ ਪੰਕਜ ਬੰਧਨ। ਸਿਮਰਾਂ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਹੁਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰਾ ਸਤਿਗੁਰੂ, ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ,
ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਸਰਲ ਸਮਾਨ ਚਿਤ ਗੁਰ ਪੂਰੇ। ਰਾਹਕ ਤਪਾ ਮੰਦ ਮਤ ਕੂਰੇ। ਲੈਣ ਦੇਣ ਤਿਨ ਕੋ ਨਹਿ ਕੋਈ। ਕਿਉ ਕੋ ਕਰਮ ਮਿਲ ਠਾਨਿਓ ਸੋਈ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਲ ਸਮਾਨ ਚਿਤ ਗੁਰ ਪੂਰੇ। ਰਾਹਕ ਤਪਾ ਮੰਦ ਮਤ ਕੂਰੇ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਦੋਂ ਤਪੇ ਤੇ ਕਹਿਣ ਤੇ ਖਡੂਰ ਦੇ ਉਹਨਾਂ ਕਿਸਾਨਾਂ ਨੇ ਜਿਹੜੇ ਜਾਤ ਦੇ ਕਹਿ ਰਹੇ ਨੇ, ਗੋਤ ਦੇ ਕਹਿ ਰਹੇ ਨੇ, ਧੰਨ ਗੁਰੂ ਅੰਗਦ ਦੇਵ ਜੀ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਕਿ ਜੇ ਤੁਸੀਂ ਮੀਂਹ ਨਹੀਂ ਪਵਾ ਸਕਦੇ, ਤੁਸੀਂ ਕਹਿੰਦੇ ਹੋ ਕਿ ਰੱਬ ਦੀ ਰਜ਼ਾ ਦੇ ਵਿੱਚ ਦਖਲ ਨਹੀਂ ਦੇਣਾ, ਉੱਠ ਕੇ ਬਾਹਰ ਨਿਕਲ ਜਾਓ, ਪਿੰਡ 'ਚੋਂ ਚਲੇ ਜਾਓ। ਇਹ ਸਾਡੇ ਤਪੇ ਨੇ ਕਿਹਾ ਹੈ ਕਿ ਜੇ ਤੁਸੀਂ ਚਲੇ ਜਾਓਗੇ ਤਾਂ ਨਿਕਲ ਜਾਓਗੇ, ਜਾਂ ਅਸੀਂ ਕੱਢ ਦੇਂਗੇ, ਮੀਂਹ ਜ਼ਰੂਰ ਪਏਗਾ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਪਿੰਡ ਦੇ ਵਿੱਚੋਂ ਨਿਕਲ ਕੇ ਖਾਨ ਰਜਾਦੇ ਦੀ ਥੇਹ 'ਤੇ ਜਾ ਕੇ ਬੈਠ ਗਏ ਨੇ। ਉਸ ਤੋਂ ਅਗਲੇ ਦਿਨ ਧੰਨ ਬਾਬਾ ਅਮਰਦਾਸ ਜੀ ਹੁੰਦੇ ਨੇ, ਆ ਕੇ ਜਦੋਂ ਪਿੰਡ ਦੇ ਕਿਸੇ ਮਨੁੱਖ ਨੂੰ ਪੁੱਛਦੇ ਨੇ ਕਿ ਗੁਰੂ ਸਾਹਿਬ ਜੀ ਕਿੱਥੇ ਗਏ, ਕੋਈ ਵੀ ਸਿੱਖ ਇੱਥੇ ਨਹੀਂ, ਕੋਈ ਸੇਵਕ ਇੱਥੇ ਨਹੀਂ। ਔਰ ਪਿੰਡ ਦਾ ਉਹ ਜਿਹੜਾ ਮਨੁੱਖ ਹੈ ਗੁਰੂ ਘਰ ਵਿੱਚ ਸ਼ਰਧਾ ਰੱਖਣ ਵਾਲਾ ਹੈ, ਉਹ ਸਾਰਾ ਕੁਝ ਦੱਸ ਰਿਹਾ ਕਿ ਤਪੇ ਤੇ ਕਹਿਣ ਤੇ ਕਹਿ ਰਹੇ ਨੇ ਗੁਰੂ ਸਾਹਿਬ ਜੀ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ। ਔਰ ਨਾਲੇ ਬੜਾ ਵਿਰਲਾਪ ਦੇ ਵਿੱਚ ਕਹਿ ਰਿਹਾ ਕਿ ਐਸੇ ਤਪੇ ਨੂੰ, ਐਸੇ ਲੋਕਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਉਹ ਪਿੰਡ ਦਾ ਜਿਹੜਾ ਮਨੁੱਖ ਹੈ ਉਹ ਗੁਰੂ ਅਮਰਦਾਸ ਜੀ ਨੂੰ ਦੱਸ ਰਿਹਾ ਹੈ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਸਰਲ ਸਮਾਨ ਚਿਤ ਗੁਰ ਪੂਰੇ। ਪੂਰੇ ਗੁਰੂ ਬਿਲਕੁਲ ਇੱਕੋ ਸਰਲ ਸਮਾਨ, ਇੱਕ ਸਮਾਨ ਰਹਿਣ ਵਾਲੇ ਨੇ। ਰਾਹਕ ਤਪਾ ਮੰਦ ਮਤ ਕੂਰੇ। ਪਰ ਇਹ ਕਿਸਾਨ ਤੇ ਤਪਾ, ਇਹ ਮਾੜੀ ਮੱਤ ਵਾਲੇ ਨੇ, ਝੂਠੇ ਨੇ, ਨਿਰੇ ਕੂੜ ਨੇ। ਲੈਣ ਦੇਣ ਤਿਨ ਕੋ ਨਹਿ ਕੋਈ। ਕਿਉ ਕੋ ਕਰਮ ਮਿਲ ਠਾਨਿਓ ਸੋਈ। ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹਨਾਂ ਨਾਲ ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਪਰ ਇਹਨਾਂ ਸਾਰਿਆਂ ਨੇ ਮਿਲ ਕੇ ਫਿਰ ਵੀ ਬੜਾ ਵੱਡਾ ਕੁਕਰਮ ਕੀਤਾ ਹੈ ਕਿ ਗੁਰੂ ਸਾਹਿਬ ਜੀ ਦਾ ਅਪਮਾਨ ਕਰਕੇ ਪਿੰਡੋਂ ਕੱਢਿਆ ਹੈ। ਮੋਤੇ ਜਰਿਓ ਜਾਏ ਨਾ ਕੈਸੇ। ਜਾਵਤ ਫਲ ਮੈਂ ਦਿਓ ਨਾ ਤੈਸੇ। ਇਹ ਸੁਣ ਕੇ ਧੰਨ ਬਾਬਾ ਅਮਰਦਾਸ ਜੀ ਕਹਿੰਦੇ ਨੇ, ਭਾਈ ਮੇਰੇ ਗੁਰੂ ਦੀ ਅਵਗਿਆ ਹੋਈ ਹੈ, ਮੇਰੇ ਗੁਰੂ ਦਾ ਇਹਨਾਂ ਨੇ ਅਪਮਾਨ ਕੀਤਾ ਹੈ। ਔਰ ਗੁਰੂ ਦਾ ਅਪਮਾਨ ਮੇਰੇ ਤੋਂ ਤਾਂ ਜਰਿਆ ਨਹੀਂ ਜੀ ਜਾਣਾ, ਮੇਰੇ ਤੋਂ ਬਰਦਾਸ਼ਤ ਨਹੀਂ ਹੋਣਾ।
ਔਰ ਉਦੋਂ ਤੱਕ ਹਜਮ ਨਹੀਂ ਹੋਣਾ, ਬਰਦਾਸ਼ਤ ਨਹੀਂ ਹੋਣਾ ਜਦੋਂ ਤੱਕ ਇਹਨਾਂ ਦੇ ਕੀਤੇ ਹੋਏ ਦਾ ਫਲ ਨਾ ਦਿਆਂ। ਇਮ ਕਹਿ ਗਏ ਪੰਚਾਇਤ ਪਾਸ, ਬੈਠੇ ਧਾਰਿਓ ਬਰਖਾ ਆਸ। ਇਸ ਤਰ੍ਹਾਂ ਕਹਿ ਕੇ ਧੰਨ ਬਾਬਾ ਅਮਰਦਾਸ ਜੀ ਪੰਚਾਇਤ ਦੇ ਵਿੱਚ ਗਏ ਨੇ, ਜਿੱਥੇ ਸਾਰੇ ਖਹਿਰੇ ਜ਼ਿਮੀਂਦਾਰ ਬੈਠੇ ਨੇ, ਜੱਟ ਬੈਠੇ ਨੇ, ਕਿ ਜਿਹੜੇ ਇੱਕ ਆਸ ਲਾ ਕੇ ਬੈਠੇ ਨੇ ਕਿ ਹੁਣ ਮੀਂਹ ਪਏਗਾ। ਕਈ ਵਾਰ ਤਪੇ ਕੋਲ ਵੀ ਜਾਏ ਕਿ ਗੁਰੂ ਸਾਹਿਬ ਜੀ ਨੂੰ ਵੀ ਕੱਢ ਦਿੱਤਾ, ਮੀਂਹ ਫਿਰ ਨਹੀਂ ਪਿਆ। ਤਪਾ ਇੱਕ ਬਹਾਨਾ ਲਾ ਕੇ ਤੋਰਦੇ ਕਿ ਮੈਂ ਮੰਤਰ ਜੰਤਰ ਪੜ੍ਹ ਰਿਹਾ, ਮੀਂਹ ਅੱਜ ਪੈ ਜਾਏਗਾ, ਮੀਂਹ ਕੱਲ੍ਹ ਪੈ ਜਾਏਗਾ। ਹੁਣ ਪੰਚਾਇਤ ਦੇ ਵਿੱਚ ਬੈਠੇ ਹੋਏ ਨੇ, ਮੀਂਹ ਦੀ ਆਸ ਲਾ ਕੇ ਬੈਠੇ ਨੇ ਕਿ ਹੁਣ ਮੀਂਹ ਪੈਂਦਾ, ਹੁਣ ਪੈਂਦਾ ਹੈ। ਭੋ ਰਾਹਕ ਗਣ ਕਾਜ ਤੁਮਾਰੇ, ਬਸੋ ਕਿਦੋਂ ਨਹਿ ਗੁਰੂ ਨਿਕਾਰੇ। ਧੰਨ ਬਾਬਾ ਅਮਰਦਾਸ ਜੀ ਉਹਨਾਂ ਜ਼ਿਮੀਂਦਾਰਾਂ ਦੇ ਕੋਲ ਗਏ ਨੇ, ਪੰਚਾਇਤ ਵਿੱਚ ਜਾ ਕੇ ਕਹਿੰਦੇ ਨੇ ਕਿਸਾਨੋ, ਕਹਿੰਦੇ ਗੁਰੂ ਸਾਹਿਬ ਜੀ ਨੂੰ ਪਿੰਡ ਚੋਂ ਕੱਢ ਦਿੱਤਾ ਜੀ, ਤੇ ਜਿਹੜੇ ਕਾਰਨ ਕੱਢਿਆ ਉਹ ਤੁਹਾਡਾ ਕੰਮ ਹੋ ਗਿਆ ਕਿ ਨਹੀਂ? ਜੋ ਇੱਛਾ ਮਨ ਮੈਂ ਤੁਮ ਠਾਨੀ, ਭਇਓ ਕਿ ਨਹਿ ਖੇਤੋਂ ਮਹਿ ਪਾਨੀ। ਫਸਲਾਂ ਦੇ ਪਾਣੀ ਵਾਸਤੇ ਗੁਰੂ ਨੂੰ ਕੱਢਿਆ ਸੀ ਨਾ ਪਿੰਡ ਚੋਂ, ਕਿ ਮੀਂਹ ਪੈ ਜਾਏਗਾ, ਪਾਣੀ ਆ ਜਾਏਗਾ ਫਸਲਾਂ ਨੂੰ। ਦੱਸੋ ਤੁਹਾਡੇ ਖੇਤਾਂ 'ਚ ਗੋਡੇ ਗੋਡੇ ਪਾਣੀ ਖਲੋ ਗਿਆ ਕਿ ਨਹੀਂ? ਖੇਤ ਭਰ ਗਏ ਨੇ ਪਾਣੀ ਨਾਲ ਕਿ ਨਹੀਂ? ਸੁਣ ਕ੍ਰਿਖ ਕਾਰਨ ਐਸੇ ਬੈਨ, ਕਹਿਤ ਭਏ ਕੋ ਬਰਖਾ ਹੈ ਨਾ। ਇਹ ਸੁਣ ਕੇ ਕਿਸਾਨ ਕਹਿੰਦੇ ਨੇ ਕਿ ਅਮਰਦਾਸ ਜੀ ਤੁਹਾਡੇ ਸਾਹਮਣੇ ਮੀਂਹ ਤੇ ਕੋਈ ਨਹੀਂ ਪਿਆ, ਬਰਖਾ ਤੇ ਕਿਸੇ ਪਾਸੇ ਵੀ ਨਹੀਂ ਹੋਈ। ਕਹਿਓ ਤਪੇ ਕੋ ਹਮਨੇ ਕੀਨਾ, ਹੈਵ ਕਰ ਆਤੁਰ ਨੀਰ ਬਹੀਨਾ। ਫਸਲ ਸੁੱਕਦੀ ਪਈ ਸੀ, ਸਾਰੇ ਪਾਸੇ ਕਾਲ ਪਿਆ ਜਾਪਦਾ ਦਿਸਦਾ ਸੀ ਕਿ ਕਾਲ ਪੈ ਜਾਣਾ ਹੈ। ਮਰਦਿਆਂ ਹੋਇਆਂ ਨੇ ਨਾ ਕਰਨ ਵਾਲਾ ਕੰਮ ਤਪੇ ਦੇ ਕਹਿਣ ਕਰਕੇ ਅਸੀਂ ਕਰ ਬੈਠੇ ਹਾਂ, ਪਰ ਮੀਂਹ ਤੇ ਫਿਰ ਵੀ ਨਹੀਂ ਪਿਆ। ਜੋ ਬਰਖਾ ਬਰਖਾਵਣ ਕਰੈ, ਤਿਸ ਕੋ ਕਹਿਓ ਨਾ ਹਮ ਤੇ ਫਿਰੈ। ਹੁਣ ਜ਼ਿਮੀਂਦਾਰ ਕਹਿੰਦੇ ਨੇ ਕਿ ਭਾਈ ਸਾਨੂੰ ਜੇ ਸੁੱਕਦੀ ਹੋਈ ਫਸਲ ਨੂੰ ਕੋਈ ਪਾਣੀ ਦੇਣ ਦੀ ਗੱਲ ਕਰੇ, ਮੀਂਹ ਪਵਾਉਣ ਦੀ ਗੱਲ ਕਰੇ, ਤੇ ਮਰਦੇ ਹੋਇਆ ਕੋਈ ਇਵੇਂ ਦਾ ਭਾਵੇਂ ਕੋਈ ਵੀ ਕੰਮ ਭਾਵੇਂ ਨਾ ਵੀ ਕਰਨ ਵਾਲਾ ਹੋਵੇ ਬੰਦਾ ਉਹ ਵੀ ਕਰਦਾ, ਸਾਡੇ ਤੋਂ ਤਾਂ ਮੁੜੇ ਨਹੀਂ ਗਿਆ। ਹੁਣ ਵੀ ਜਿਹੜਾ ਕੋਈ ਮੀਂਹ ਪਵਾਵੇਗਾ, ਜੋ ਕੁਛ ਕਵੇਗਾ, ਅਸੀਂ ਉਹਦੇ ਵਾਸਤੇ ਵੀ ਕੁਛ ਕਰਨ ਲਈ ਤਿਆਰ ਹਾਂ। ਜਿਸ ਅਧੀਨ ਜੀਵਨ ਸਭ ਕੇਰਾ, ਹੈਵੇ ਅਸ ਅੰਨ ਸੋ ਖੇਤ ਕਨੇਰਾ। ਕਿਉਂਕਿ ਸਾਡਾ ਤਾਂ ਸਾਰਿਆਂ ਦਾ ਜੀਵਨ ਹੀ ਇਸ ਮੀਂਹ ਦੇ ਅਧੀਨ ਹੈ ਨਾ। ਖੇਤਾਂ ਦੇ ਵਿੱਚ ਇੰਨੀ ਸੋਹਣੀ ਫਸਲ ਹੈ, ਸੁੱਕਦੀ ਜਾ ਰਹੀ ਹੈ, ਸਾਡਾ ਤਾਂ ਜੀਵਨ ਹੀ ਮੀਂਹ ਦੇ ਆਸਰੇ ਹੈ। ਤੇ ਜੇ ਜੀਵਨ ਹੀ ਨਾ ਰਹਿ ਤੇ ਕੀ ਮਾੜਾ ਤੇ ਕੀ ਚੰਗਾ ਸੀ ਵਿਚਾਰ ਕਰਕੇ ਕਰਨਾ ਵੀ ਕੀ ਹੈ। ਬਾਗ ਤਪੇ ਕੋ ਮਾਨਿਓ ਸਹੀ, ਤਉ ਭਈ ਬਰਖਾ ਕਿਮ ਨਹੀਂ। ਅਸੀਂ ਤਾਂ ਤਪੇ ਤੇ ਗੱਲ ਮੰਨ ਬੈਠੇ ਕਿ ਤਪਾ ਜੋ ਕੁਛ ਕਹਿ ਰਹੇ ਠੀਕ ਕਹਿ ਰਿਹਾ ਹੈ। ਸਾਨੂੰ ਲੱਗਦਾ ਸੀ ਕਿ ਮੀਂਹ ਪੈ ਜਾਏਗਾ ਜੇ ਗੁਰੂ ਸਾਹਿਬ ਜੀ ਚਲੇ ਜਾਣਗੇ, ਪਰ ਮੀਂਹ ਤਾਂ ਫਿਰ ਵੀ ਕੋਈ ਨਹੀਂ ਪਿਆ, ਬਰਖਾ ਤਾਂ ਫਿਰ ਵੀ ਨਹੀਂ ਹੋਈ। ਹਮ ਆਤੁਰ ਪੈ ਨੀਰ ਬਹੀਨਾ, ਨਿਜ ਜੀਵਨ ਚਾਹੇ ਅਰਕਣ ਕੀਨਾ। ਅਸੀਂ ਤਾਂ ਪਾਣੀ ਤੋਂ ਬਿਨਾਂ, ਮੀਂਹ ਤੋਂ ਬਿਨਾਂ ਆਤੁਰ ਹੋਏ ਬੈਠੇ ਹਾਂ। ਅਸੀਂ ਨਾ ਕਰਨ ਯੋਗ ਕੰਮ ਜਿਹੜਾ ਉਹ ਕਰ ਬੈਠੇ ਹਾਂ, ਪਰ ਮੀਂਹ ਫਿਰ ਵੀ ਕੋਈ ਨਹੀਂ ਪਿਆ। ਬਰਖਾ ਤੇ ਜੋ ਕ੍ਰਿਖੀ ਕ੍ਰਿਤ ਕਰਹੀ, ਹਮ ਰਾਹਕ ਤੇ ਨਿਤ ਅਨੁਸਰਹੀ। ਹੁਣ ਇਹ ਖਹਿਰੇ ਕਹਿੰਦੇ ਨੇ ਕਿ ਬਾਬਾ ਅਮਰਦਾਸ ਜੀ, ਕੋਈ ਵੀ ਜਿਹੜਾ ਮਹਾਂਪੁਰਖ ਸਾਡੀ ਖੇਤੀ ਬਚਾਉਣ ਵਾਸਤੇ, ਸੁੱਕਦੇ ਹੋਏ ਫਸਲ ਨੂੰ ਬਚਾਉਣ ਦੇ ਵਾਸਤੇ ਕੋਈ ਮੀਂਹ ਪਵਾ ਦੇ,
ਅਸੀਂ ਤਾਂ ਅੱਜ ਵੀ ਹੁਣ ਵੀ ਉਹਦੇ ਅਨੁਕੂਲ, ਉਹਦੇ ਅਨੁਸਾਰ, ਉਹਦੇ ਕਹਿਣ ਦੇ ਵਿੱਚ ਚੱਲਾਂਗੇ। ਤਿਸ ਕੀ ਆਇਸ ਕੋ ਅਸਮਾਨੇ ਨਹੀਂ ਕਰਨ ਪੇ ਕਰਬੋ ਠਾਨੇ। ਜਿਹੜਾ ਮੀਂਹ ਪਵਾ ਦੋ, ਅਸੀਂ ਤਾਂ ਉਹਦੇ ਹਰ ਇੱਕ ਆਗਿਆ ਮੰਨਾਂਗੇ। ਜਿਹੜਾ ਕੰਮ ਨਹੀਂ ਕਰਨ ਯੋਗ ਨਾ, ਉਹ ਵੀ ਕੰਮ ਕਰਾਂਗੇ, ਉਹ ਵੀ ਕੰਮ ਕਰਨ ਲਈ ਤਿਆਰ। ਇਮ ਸ੍ਰੀ ਅਮਰਦਾਸ ਸੁਣ ਪੈਣ, ਕਹਿਓ ਸੋ ਸ਼ੋਭ ਕੋਪ ਰਸ ਨੈਣ। ਇਸ ਤਰ੍ਹਾਂ ਸੁਣ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹ ਬੇਰਸ ਵਿੱਚ ਆ ਗਏ। ਕੁਝ ਗੁੱਸਾ ਆ ਗਿਆ, ਅੱਖਾਂ ਲਾਲ ਹੋ ਗਈਆਂ। ਐਨ ਅੱਖਾਂ ਲਾਲ ਕਰਕੇ ਉਹਨਾਂ ਖਹਿਰਿਆਂ ਦੇ ਵੱਲ ਵੇਖਦੇ ਹੋਏ ਗੁਰੂ ਸਾਹਿਬ ਨੇ ਫਿਰ ਬਚਨ ਕਹੇ, ਕਹੇ ਤਪੇ ਕੇ ਘਣ ਨਹਿ ਆਵਾ, ਸ੍ਰੀ ਗੁਰੂ ਗ੍ਰਾਮੇ ਤੇ ਨਿਕਸਾਵਾ। ਕਹਿੰਦੇ ਕਿਹਨੂੰ ਮਹਾਂਪੁਰਖ ਕਹਿ ਰਹੇ ਹੋ ਭਾਈ? ਉਸ ਤਪੇ ਨੂੰ, ਉਸ ਪਖੰਡੀ ਨੂੰ, ਝੂਠੇ ਨੂੰ, ਕਿ ਜਿੰਦੇ ਕਹਿਣ ਤੇ ਤੁਸੀਂ ਗੁਰੂ ਸਾਹਿਬ ਜੀ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ। ਜਿਹੜਾ ਕਹਿੰਦਾ ਸੀ ਮੀਂਹ ਇੰਨਾ ਪਏਗਾ ਕਿ ਤੁਹਾਡੀਆਂ ਜ਼ਮੀਨਾਂ ਪੈਲੀਆਂ ਜਿਹੜੀ ਖੇਤ ਨਿਕਲਣੋਂ ਕੰਨ ਭਰ ਜਾਣਗੇ, ਵੱਟਾਂ ਉੱਤੋਂ ਪਾਣੀ ਜਾਏਗਾ। ਮੀਂਹ ਤਾਂ ਫਿਰ ਵੀ ਨਹੀਂ ਪਿਆ। ਸ੍ਰੀ ਸਤਿਗੁਰ ਕੇ ਸੇਵਕ ਜੈ, ਬਰਕਾ ਦੇਣ ਸ਼ਕਤ ਧਰ ਤੇ। ਤੁਸੀਂ ਤਾਂ ਉੱਥੇ ਝੂਠੇ ਤਪੇ ਦੇ ਕਹਿਣ ਤੇ ਗੁਰੂ ਸਾਹਿਬ ਨੂੰ ਬਾਹਰ ਕੱਢ ਦਿੱਤਾ ਨਾ। ਗੁਰੂ ਸਾਹਿਬ ਤੇ ਇੰਨੇ ਸਮਰੱਥ ਨੇ ਕਿ ਇੱਕ ਬਚਨ ਕਹਿਣ ਪੂਰੇ ਸ੍ਰਿਸ਼ਟੀ ਕੇ 7 ਲੋਕਾਂ ਨੂੰ ਨਾਸ਼ ਕਰ ਦੇਣ, ਤੇ ਉਸੇ ਬਚਨ ਦੇ ਨਾਲ ਉਸੇ ਸ਼ਨੀ ਦੁਬਾਰੇ ਫਿਰ ਉਹਨਾਂ ਨੂੰ ਸਾਜ ਸਕਦੇ ਨੇ। ਉਹ ਤੇ ਗੁਰੂ ਤੇ ਸਮਰੱਥ ਨੇ। ਇੱਥੇ ਤੇ ਗੁਰੂ ਘਰ ਦੇ ਜਿਹੜੇ ਸੇਵਕ ਨੇ ਨਾ, ਗੁਰੂ ਘਰ ਦੇ ਝੂਠੇ ਭਾਂਡੇ ਮਾਂਜਣ ਵਾਲੇ ਭਾਈ, ਜੇ ਉਹ ਵੀ ਇੱਕ ਬੋਲ ਕਹਿ ਦੇਣ ਨਾ ਮੀਂਹ, ਤੇ ਉਹ ਵੀ ਪਵਾ ਸਕਦੇ ਨੇ। ਇੰਨੇ ਕੁ ਸ਼ਕਤੀ, ਇੰਨੀ ਕੁ ਤਾਕਤ ਗੁਰੂ ਕੇ ਸੇਵਕਾਂ ਦੇ ਵਿੱਚ ਵੀ ਹੈ, ਗੁਰੂ ਕੇ ਸਿੱਖਾਂ ਵਿੱਚ ਵੀ ਹੈ। ਕਹਿਓ ਤਿਨਹਿ ਕੋ ਮਾਨੋ ਨਿਕਾ, ਬਰਖੇ ਮੇਘ ਭਾਵ ਤੋ ਜੀਕਾ। ਕਹਿੰਦੇ ਜੇ ਨਹੀਂ ਯਕੀਨ ਤੇ ਗੁਰੂ ਕੇ ਸਿੱਖ ਦਾ ਕਹਿਆ ਹੋਇਆ ਤੁਸੀਂ ਮੰਨ ਕੇ ਵੇਖੋ, ਗੁਰੂ ਕੇ ਸੇਵਕ ਦਾ ਕਹਿਆ ਹੋਇਆ ਮੰਨ ਕੇ ਵੇਖੋ, ਮੀਂਹ ਪਵੇਗਾ। ਜਿੰਨਾ ਚਾਹੀਦਾ ਉਨਾ ਹੀ ਪਵੇਗਾ। ਤਪੇ ਈਰਖਾ ਕਰ ਨਿਕਸਾਏ, ਸ਼ਕਤਹੀਣ ਨਹਿ ਘਨ ਬਰਖਾਏ। ਤਪੇ ਨੇ ਤੇ ਗੁਰੂ ਸਾਹਿਬ ਜੀ ਨਾਲ ਈਰਖਾ ਕੀਤੀ ਹੈ। ਇਹ ਤੁਸੀਂ ਵੀ ਜਾਣਦੇ ਹੋ। ਉਹ ਈਰਖਾਲੂ ਸੀ, ਈਰਖਾਵਸ ਹੋ ਕੇ ਗੁਰੂ ਸਾਹਿਬ ਨੂੰ ਬਾਹਰ ਕਢਾ ਦਿੱਤਾ, ਪਰ ਸ਼ਕਤੀ ਤੋਂ ਹੀਣਾ ਹੈ, ਕਿਉਂਕਿ ਪਖੰਡੀ ਹੈ, ਮੀਂਹ ਨਹੀਂ ਪਵਾ ਸਕਦਾ ਉਹ। ਅਬ ਤੁਮ ਜਾਹੋ ਤਪੇ ਕੇ ਪਾਸ, ਸੁਣ ਨਰ ਗਏ ਕਰੀ ਅਰਦਾਸ। ਧੰਨ ਬਾਬਾ ਅਮਰਦਾਸ ਜੀ ਕਹਿੰਦੇ ਨੇ, ਭਾਈ ਜਾ ਕੇ ਤਪੇ ਨੂੰ ਪੁੱਛੋ ਤੇ ਸਹੀ ਕਿ ਤੁਹਾਡੇ ਕਹਿਣ ਤੇ ਅਸੀਂ ਸਮਰੱਥ ਗੁਰੂ ਨੂੰ ਵੀ ਪਿੰਡ 'ਚੋਂ ਕੱਢ ਦਿੱਤਾ, ਉਹਨਾਂ ਦਾ ਨਰਾਦਰ ਵੀ ਕਰ ਦਿੱਤਾ, ਮੀਂਹ ਕਿਉਂ ਨਹੀਂ ਪਿਆ? ਹੁਣ ਤੇ ਮੀਂਹ ਪੈਣਾ ਚਾਹੀਦਾ ਸੀ। ਇਹ ਸੁਣ ਕੇ ਖਹਿਰੇ ਜਿਹੜੇ ਨੇ ਉਸ ਤਪੇ ਦੇ ਕੋਲ ਗਏ। ਗੁਰ ਤੋ ਹਮਨੇ ਦੀਨ ਨਿਕਾਰੀ, ਤੋ ਨਾ ਬਰਖਿਓ ਬਾਰਦ ਬਾਰੀ। ਹੁਣ ਖਹਿਰੇ ਜਾ ਕੇ ਤਪੇ ਨੂੰ ਕਹਿੰਦੇ ਨੇ, ਤਪਾ ਜੀ ਮੀਂਹ ਤੇ ਕੋਈ ਨਹੀਂ ਪਿਆ। ਹੁਣ ਤਪਾ ਕਹਿੰਦਾ ਕੱਲ੍ਹ ਤੇ ਆਏ ਸੀ, ਤੁਹਾਨੂੰ ਕਿਹਾ ਕਿ ਮੈਂ ਜਾਦੂ ਮੰਤਰ ਪੜ੍ਹਦਾ ਪਿਆ, ਟੂਣੇ ਕਰਦਾ ਪਿਆ, ਮੀਂਹ ਪੈ ਜਾਏਗਾ। ਹੁਣ ਜ਼ਿਮੀਂਦਾਰ ਕਹਿੰਦੇ ਨੇ, ਤੁਹਾਡੇ ਕਹਿਣ ਤੇ ਅਸੀਂ ਗੁਰੂ ਸਾਹਿਬ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ, ਮੀਂਹ ਤੇ ਫਿਰ ਵੀ ਕੋਈ ਨਹੀਂ ਪਿਆ। ਤਪੇ ਕੁਸ਼ਕ ਰਿਸ ਕਰ ਮੁਖ ਭਾਖੀ, ਮੁੱਠੀ ਮਹਿ ਬਰਖਾ ਨਹਿ ਰਾਖੀ। ਇਹ ਸੁਣ ਕੇ ਤਪਾ ਖਿੱਚ ਗਿਆ ਕਿ ਕੱਲ੍ਹ ਆਏ ਸੀ, ਅੱਜ ਫਿਰ ਤੁਰ ਕੇ ਆ ਗਏ। ਤਪਾ ਕਹਿੰਦਾ, ਮੀਂਹ ਮੈਂ ਕਿਦੋਂ ਮੁੱਠ ਵਿੱਚ ਬੰਦ ਕਰਕੇ ਰੱਖਿਆ ਕਿ ਮੁੱਠ ਖੋਲਾਂਗਾ ਤੇ ਮੀਂਹ ਪੈ ਜਾਏਗਾ। ਗੁੱਸੇ ਦੇ ਵਿੱਚ ਆ ਕੇ ਬੋਲਿਆ, ਮੰਤਰ ਜੰਤਰ ਕਰ ਜੁਗਤ ਬਣਾਵੂੰ, ਤੁਮਹਿ ਤਾਂ ਬਰਖਾ ਕੋ ਬਰਖਾਵੂੰ। ਹੁਣ ਤੁਹਾਨੂੰ ਕਿਹਾ ਤਾਂ ਹੈ ਮੈਂ ਮੰਤਰ ਪੜ੍ਹਾਂਗਾ, ਕੋਈ ਜੰਤਰ ਕਰਾਂਗਾ, ਕੋਈ ਜੁਗਤ ਬਣਾਵਾਂਗਾ। ਆ ਦੇਖੋ ਧੂਣੀ ਤੋਂ ਪਾ ਕੇ ਤੁਹਾਡੇ ਵਾਸਤੇ ਤਾਂ ਬੈਠਾ, ਤੁਹਾਡੇ ਵਾਸਤੇ ਮੀਂਹ ਪਵਾਉਣ ਲਈ ਬੈਠਾ, ਮੀਂਹ ਪੈ ਜਾਏਗਾ। ਸੁਣ ਨਾਰ ਆਏ ਕਹੇ ਤਿਮ ਬਾਤ, ਅਬ ਤੋ ਬੋਲਤ ਕਸ਼ਕ ਰਿਸਾਤ।
ਕਹਿੰਦੇ ਸੁਣ ਕੇ ਉਹ ਕਿਸਾਨ ਫਿਰ ਧੰਨ ਬਾਬਾ ਅਮਰਦਾਸ ਜੀ ਦੇ ਕੋਲ ਆਏ। ਕਹਿੰਦੇ ਸਤਿਗੁਰੂ ਜੀ, ਬਾਬਾ ਜੀ ਅਸੀਂ ਤਾਂ ਪਹਿਲੋਂ ਵੀ ਜਾ ਆਏ ਸਾਂ, ਪਹਿਲੋਂ ਤਾਂ ਥੋੜ੍ਹਾ ਜਿਹਾ ਪਿਆਰ ਨਾਲ ਬੋਲਿਆ ਸੀ, ਹੁਣ ਤਾਂ ਬੋਲਿਆ ਵੀ ਗੁੱਸੇ ਵਿੱਚ ਹੈ। ਸਾਨੂੰ ਲੱਗਦਾ ਕਿ ਉਹਦੇ ਤਿਲਾਂ 'ਚ ਪਾਣੀ ਹੈ ਨਹੀਂ, ਉਹਦੇ ਪੱਲੇ ਕੱਖ ਨਹੀਂ। ਉਹਨੇ ਤਾਂ ਮੁੱਠ ਖੋਲ੍ਹ ਕੇ ਵਿਖਾ ਦਿੱਤੀ ਕਿ ਪਾਣੀ ਮੇਰੀ ਮੁੱਠ 'ਚ ਥੋੜ੍ਹੀ ਹੈ। ਜੇ ਬੱਦਲ ਮੁੱਠ ਦੇ ਵਿੱਚ ਨਹੀਂ ਸੀ ਤਾਂ ਗੁਰੂ ਸਾਹਿਬ ਨੂੰ ਜ਼ਰੂਰ ਹੀ ਘਟਾਉਣਾ ਸੀ। ਤਬ ਸ਼੍ਰੀ ਅਮਰ ਕਹਿਓ ਬਿਨ ਦੇਰ, ਹਮ ਬਰਖਾ ਬਰਖਾਏ ਬਡੇਰ। ਇਹ ਸੁਣ ਕੇ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਭਾਈ ਸਮਰੱਥ ਗੁਰੂ ਤੇ ਜੋ ਚਾਹੇ ਉਹ ਕਰ ਸਕਦਾ ਹੈ। ਗੁਰੂ ਦੇ ਸਿੱਖ ਨੂੰ ਕਹੋ ਤੇ ਗੁਰੂ ਦਾ ਸਿੱਖ ਵੀ ਵਰਖਾ ਵਰਸਾ ਸਕਦਾ, ਹੁਣੇ ਮੀਂਹ ਪਵਾ ਦੇਗਾ। ਨਹਿ ਐਸੇ ਗੁਰ ਕੇ ਸਿੱਖ ਜਾਨੋ, ਬਰਖਾ ਕਰੇ ਕਹਿਓ ਤਿਨ ਮਾਨੋ। ਤੇ ਨਾਲ ਹੀ ਬਾਬਾ ਅਮਰਦਾਸ ਜੀ ਕਹਿੰਦੇ ਨੇ, ਮੇਰੇ ਸਮਰੱਥ ਗੁਰੂ ਦੇ ਸਿੱਖਾਂ ਨੂੰ ਐਵੇਂ ਨਾ ਜਾਣਿਓ, ਇਹ ਨਾ ਸਮਝੋ ਕਿ ਸਿੱਖ ਹਵਾ 'ਚ ਗੱਲਾਂ ਕਰਦੇ ਨੇ, ਤਪੇ ਤਰ੍ਹਾਂ ਨਹੀਂ। ਬਰਖਾ ਕਰੇ ਕਹਿਓ ਤਿਨ ਮਾਨੋ, ਹੁਣੇ ਮੀਂਹ ਪੈ ਜਾਏਗਾ, ਬਸ ਇੱਕ ਵਾਰੀ ਕਹਿਆ ਮੰਨ ਲਓ, ਜੋ ਕਹਿੰਦੇ ਉਹ ਗੱਲ ਮੰਨ ਲਓ। ਸੁਣ ਰਾਹਕ ਲਾਲਚ ਕਰ ਪਾਨੀ, ਬਿਰਥੇ ਬਾਤ ਤਪੇ ਕੀ ਠਾਨੀ। ਹੁਣ ਕਿਸਾਨਾਂ ਨੂੰ ਤੇ ਲਾਲਚ ਸੀ, ਮੀਂਹ ਪੈਣਾ ਚਾਹੀਦਾ, ਕਿਸੇ ਵੀ ਢੰਗ ਨਾਲ ਪੈਣਾ ਚਾਹੀਦਾ ਹੈ। ਔਰ ਕਿਸਾਨਾਂ ਨੇ ਇਹ ਗੱਲ ਵੀ ਬਿਲਕੁਲ ਵੇਖ ਲਈ ਕਿ ਤਪੇ ਦੀ ਗੱਲ ਤਾਂ ਬਿਲਕੁਲ ਝੂਠੀ ਸੀ। ਉਹ ਤਾਂ ਕਹਿੰਦਾ ਸੀ ਪਿੰਡ 'ਚੋਂ ਨਿਕਲਦਿਆਂ ਨਾਲ ਮੀਂਹ ਪੈ ਜਾਏਗਾ। ਅੱਜ ਕਹਿੰਦਾ ਮੈਂ ਮੁੱਠ 'ਚ ਬੰਦ ਕਰਕੇ ਨਹੀਂ ਰੱਖਿਆ। ਹਮ ਤੋ ਹੈ ਤਿਸ ਕੇ ਅਨੁਸਾਰੇ, ਜੋ ਜਲ ਦੇਹ ਕਿਦਾਰ ਮਝਾਰੀ। ਇਹ ਕਿਸਾਨ ਹੱਥ ਜੋੜ ਕੇ ਕਹਿੰਦੇ ਨੇ ਕਿ ਬਾਬਾ ਅਮਰਦਾਸ ਜੀ, ਅਸੀਂ ਤਾਂ ਪਹਿਲੋਂ ਵੀ ਬੇਨਤੀ ਕੀਤੀ ਸੀ ਤੇ ਉਹਦੇ ਅਨੁਸਾਰ ਹਾਂ, ਉਹਦੇ ਕਹਿਣ ਦੇ ਮੁਤਾਬਕ ਚੱਲਾਂਗੇ। ਜਿਹੜਾ ਪਾਣੀ ਸਾਡੇ ਖੇਤਾਂ ਨੂੰ ਦਵਾ ਦੇ, ਜਿਹੜਾ ਮੀਂਹ ਪਵਾ ਦੇ। ਫਿਰ ਕੰਮ ਭਾਵੇਂ ਕਰਨ ਵਾਲਾ ਹੋਵੇ ਤੇ ਭਾਵੇਂ ਨਾ ਕਰਨ ਵਾਲਾ ਹੋਵੇ, ਕਰਾਂਗੇ ਅਸੀਂ ਜ਼ਰੂਰ। ਹਿਤ ਜਲ ਕੇ ਤਿਸ ਕੋ ਬਚ ਮਾਨਾ, ਅਪਰ ਜੋ ਦੇ ਬਰਖਾਏ ਮਹਾਨਾ। ਕਿਉਂਕਿ ਅਸੀਂ ਤਾਂ ਕੇਵਲ ਮੀਂਹ ਵਸਤੂ ਦੀ ਗੱਲ ਮੰਨੀ ਸੀ, ਤੇ ਜੇ ਮੀਂਹ ਕੋਈ ਹੋਰ ਕੋ ਆਦੇ ਸੀ ਉਹਦੀ ਮੰਨ ਲਵਾਂਗੇ। ਤੁਹਾਡੀ ਮੰਨ ਲਈ ਨੇ, ਦੱਸੋ ਕਰਨਾ ਕੀ ਹੈ। ਕਹੇ ਸੋ ਹਮ ਮਾਨੇ ਸਭ ਗ੍ਰਾਮ, ਜੋ ਦੇਵਣ ਕੋ ਦੇ ਅਭਿਰਾਮ। ਕਹਿੰਦੇ ਦੱਸੋ ਕਰਨਾ ਕਿ ਸਾਰਾ ਪਿੰਡ ਮੰਨੇਗਾ, ਸਾਰੀ ਪੰਚਾਇਤ ਮੰਨੇਗੀ। ਜਿਹੜਾ ਸਾਨੂੰ ਜੀਵਨ ਦੇ ਦੇ, ਜਿਹੜਾ ਸਾਡਾ ਪਾਣੀ ਦਾਤਾ ਬਣ ਜੇ, ਜਲ ਦਾਤਾ ਬਣ ਜੇ, ਉਹਦਾ ਕਿਹਾ ਸੀ ਕਿਉਂ ਨਾ ਮੰਨਾਂਗੇ। ਨਾਹੇ ਤਾਹਮ ਮਰਹਿ ਦੁਖ ਪਾਏ, ਸ਼ੁਦਾ ਸਹੀ ਨਹਿ ਕਿਸ ਤੇ ਜਾਏ। ਨਹੀਂ ਤਾਂ ਅਸੀਂ ਦੁਖੀ ਹੋ ਕੇ ਮਰਾਂਗੇ, ਭੁੱਖ ਕਿੰਦੇ ਤੋਂ ਜਰੀ ਜਾਣੀ ਹੈ, ਭੁੱਖੇ ਮਰਾਂਗੇ। ਜੇ ਜਲ ਦਾਤਾ ਬਚ ਨਹਿ ਮਾਨੇ, ਤੋ ਹਮ ਆਪਣਾ ਜੀਵਨ ਹਾਨੇ। ਜੇ ਇਵੇਂ ਦੇ ਹਾਲਤ ਵਿੱਚ ਅਸੀਂ ਆਪਣੇ ਜਲ ਦਾਤੇ ਦੀ ਗੱਲ ਨਾ ਮੰਨਾਂਗੇ, ਸਾਨੂੰ ਜਿਹੜਾ ਪਾਣੀ ਦੇ ਦੇ ਸਾਡੇ ਲਈ ਉਹੀ ਦਾਤਾ ਹੈ, ਜਲ ਦਾਤਾ ਹੈ, ਫਿਰ ਤਾਂ ਅਸੀਂ ਆਪਣਾ ਜੀਵਨ ਆਪਣੇ ਆਪ ਹੀ ਖਤਮ ਕਰਾਂਗੇ ਨਾ। ਅਸ ਕੋ ਕਾਜ ਹੋਏ ਉਪਕਾਰੀ, ਦੇ ਜੀਵਨ ਸੁਖਕਾਰੀ। ਇਹੋ ਜਿਹਾ ਜਿਹੜਾ ਵੀ ਕਾਰਜ ਹੋਵੇ, ਜਿਹੜਾ ਵੀ ਕੰਮ ਹੋਵੇ, ਲੋਕਾਂ ਦੀ ਨਜ਼ਰ 'ਚ ਭਾਵੇਂ ਮਾੜਾ ਹੋਵੇ ਭਾਵੇਂ ਚੰਗਾ ਹੋਵੇ, ਸਾਡੇ ਲਈ ਤਾਂ ਪਰਉਪਕਾਰੀ ਹੋਣਾ ਹੈ। ਕਿਉਂਕਿ ਸਾਨੂੰ ਜੀਵਨ ਮਿਲ ਜਾਏਗਾ, ਪਸ਼ੂਆਂ ਨੂੰ ਜੀਵਨ ਮਿਲ ਜਾਏਗਾ। ਤਿਸ ਕੇ ਹਮ ਹੈ ਸਦਾ ਗੁਲਾਮੂ, ਕਰੇ ਸੇਵਕੇ ਸਭ ਹੀ ਗ੍ਰਾਮੂ। ਜਿਹੜਾ ਇਸ ਵੇਲੇ ਮੀਂਹ ਪਵਾ ਦੇ ਸੀ ਤੇ ਸਦਾ ਲਈ ਉਹਦੇ ਗੁਲਾਮ ਹੋ ਜਾਣਗੇ, ਸੇਵਕ ਬਣ ਜਾਣਗੇ, ਸਾਰੀ ਉਮਰ ਉਹਦੀ ਸੇਵਕੀ ਕਰਾਂਗੇ। ਇਮ ਨਿਸ਼ਚੈ ਸਭ ਕੋ ਕਰਵਾਏ, ਕਹਿ ਸ਼੍ਰੀ ਅਮਰ ਸੁਣੋ ਸਮੁਦਾਏ। ਹੁਣ ਜਦੋਂ ਇਹ ਸਾਰਿਆਂ ਨੇ ਗੱਲ ਮੰਨ ਲਈ ਤੇ ਫਿਰ ਵਿਚਾਰ ਵੀ ਕਰਦੇ ਨੇ ਕਿ ਤਪੇ ਤੇ ਗਹਿਣ ਤੇ ਧੰਨ ਗੁਰੂ ਅੰਗਦ ਦੇਵ ਜੀ ਨੂੰ ਪਿੰਡ 'ਚੋਂ ਬਾਹਰ ਕੱਢ ਦਿੱਤਾ ਸੀ, ਬੜਾ ਅਪਮਾਨ ਕੀਤਾ। ਹੁਣ ਇਹਨਾਂ ਨੇ ਪਤਾ ਨਹੀਂ ਕੀ ਕਹਿਣਾ, ਇਹਨਾਂ ਦੇ ਕਹਿਣ ਤੇ ਕਿਤੇ ਤਪੇ ਨੂੰ ਬਾਹਰ ਕੱਢ ਦਈਏ। ਕੋਈ ਯਕੀਨ ਹੋਵੇ, ਕੋਈ ਭਰੋਸਾ ਬਣੇ। ਇਹ ਸੁਣ ਕੇ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਭਾਈ ਤੁਹਾਡਾ ਭਰੋਸਾ ਪਹਿਲੋਂ ਬਣਾਵਾਂਗੇ, ਭਰੋਸਾ ਬਣੇਗਾ ਫਿਰ ਪਿੰਡ 'ਚੋਂ ਬਾਹਰ ਕੱਢਿਓ। ਔਰ ਬਾਹਰ ਕੱਢਣਾ ਵੀ ਨਹੀਂ, ਬੇਨਤੀ ਕਰਨੀ ਹੈ।
दिवस रहियो थोरो रव जाए, या ते तूरण करो उपाए। सतगुरु जी कहते हैं भाई ਦੁਪਹਿਰ ਢਲ ਗਈ ਹੈ, ਸੂਰਜ ਜਿਹੜਾ ਢਲਦਾ ਜਾਂਦਾ, ਦਿਨ ਥੋੜ੍ਹਾ ਰਹਿ ਗਿਆ ਹੈ, ਅਤੇ ਜਿਹੜਾ ਉਪਾਅ ਕਰਨਾ ਵਾ ਛੇਤੀ ਦੇ ਨਾਲ ਹੀ ਕਰਨਾ ਪਏਗਾ। ਦਿਨ ਸੂਰਜ ਡੁੱਬੇ ਤੋਂ ਪਹਿਲੋਂ ਪਹਿਲੋਂ ਕਰਨਾ ਪਏਗਾ। ਰਵ ਅਸਤਣ ਤੇ ਪੂਰਬ ਕਾਲ, ਜਹ ਜਹ ਤਪਾ ਜਾਏ ਦਰਹਾਲ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਭਾਈ ਸੂਰਜ ਡੁੱਬਣ ਤੋਂ ਪਹਿਲੋਂ ਪਹਿਲੋਂ ਤਪੇ ਨੂੰ ਬੇਨਤੀ ਕਰ ਲਓ, ਆਪਣੇ ਖੇਤਾਂ 'ਚ ਲੈ ਜਾਓ। ਸੂਰਜ ਡੁੱਬਣ ਤੋਂ ਪਹਿਲੋਂ ਪਹਿਲੋਂ ਜਿਹੜੇ ਖੇਤ ਦੇ ਵਿੱਚੋਂ ਪੈਰ ਪਾਏਗਾ ਜਾਂ ਹੱਥ ਰੱਖ ਦੇਗਾ, ਤਹ ਤਹ ਘਣ ਜਲ ਕੋ ਬਰਖਾਵੈ, ਭਰੇ ਖੇਤ ਬਹੁ ਅੰਨ ਪਕਾਵੈ। ਉਸ ਖੇਤ ਵਿੱਚ ਮੀਂਹ ਪੈਗਾ ਔਰ ਭਰਵਾਂ ਮੀਂਹ ਪੈਗਾ ਜਿੰਨਾ ਖੇਤ ਨੂੰ ਚਾਹੀਦਾ ਹੈ। ਉਹ ਖੇਤ ਫਸਲ ਪੱਕੇਗੀ ਵੀ, ਅੰਨ ਵੀ ਸੋਹਣਾ ਪੈਦਾ ਹੋਏਗਾ। ਬਹੁ ਕਿਦਾਰ ਹੈ ਦਿਨ ਰਹਿ ਥੋਰਾ, ਲੈ ਗਮਨੋ ਨਿਜ ਨਿਜ ਦਿਸਿਓਰਾ। ਸਤਿਗੁਰੂ ਕਹਿੰਦੇ ਨੇ ਭਾਈ ਜਾਓ ਛੇਤੀ ਕਰੋ, ਦਿਨ ਥੋੜ੍ਹਾ ਰਹਿ ਗਿਆ ਹੈ। ਆਪੋ ਆਪਣੇ ਖੇਤ ਵਿੱਚ ਲੈ ਜਾਓ, ਜਿਹੜੇ ਜਿਹੜੇ ਖੇਤ ਤੋਂ ਚਲਾ ਜਾਏਗਾ ਉੱਥੇ ਉੱਥੇ ਮੀਂਹ ਪੈ ਜਾਏਗਾ। ਅੰਗ ਪ੍ਰਤਿਅੰਗ ਜਹਾਂ ਲੱਗ ਜਾਏ, ਤਹ ਲਗ ਧਾਏ ਮੇਘ ਬਰਖਾਏ। ਔਰ ਨਾਲ ਹੀ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਜ਼ਰੂਰੀ ਨਹੀਂ ਕਿ ਸਾਰਾ ਹੀ ਲੈ ਕੇ ਜਾਣਾ ਹੈ। ਇੱਕ ਪੈਰ ਵੀ ਪੈ ਜਾਏਗਾ, ਕੁੰਗਲੇ ਵੀ ਕਿਸੇ ਖੇਤ ਵਿੱਚ ਲੱਗ ਜਾਏਗੀ ਨਾ, ਉੱਥੇ ਮੀਂਹ ਪੈ ਜਾਏਗਾ। ਜ਼ਰੂਰੀ ਨਹੀਂ ਸਾਰਾ ਸਰੀਰ ਹੀ ਉਹਦਾ ਲੈ ਕੇ ਜਾਣਾ ਹੈ। ਅੰਗ ਪ੍ਰਤਿਅੰਗ, ਕੋਈ ਉਂਗਲੀ, ਕੋਈ ਪੋਟਾ, ਕੋਈ ਮਾਸ ਦਾ ਟੁਕੜਾ ਕਿਸੇ ਵੀ ਖੇਤ ਵਿੱਚ ਪੈ ਜਾਏਗਾ, ਉੱਥੇ ਮੀਂਹ ਪਏਗਾ। ਨਿਕਸੇ ਜਬੇ ਤਪਾ ਨਿਜ ਡੇਰੇ, ਤੋ ਕਣ ਹੋਏ ਪਤਾ ਲਹੋ ਹੇਰੇ। ਅਤੇ ਜੇ ਇਹ ਕੰਮ ਕਰਨ ਤੋਂ ਪਹਿਲੋਂ ਤੁਸੀਂ ਅਜ਼ਮਾਇਸ਼ ਕਰਨੀ ਹੈ, ਭਰੋਸਾ ਬਣਾਉਣਾ ਹੈ, ਇੱਕ ਵਾਰੀ ਤਪੇ ਦੇ ਡੇਰੇ ਜਾਓ, ਬੇਨਤੀ ਕਰੋ। ਜਦੋਂ ਹੀ ਤਪਾ ਡੇਰੇ ਤੋਂ ਬਾਹਰ ਨਿਕਲੇਗਾ ਉਸੇ ਵੇਲੇ ਬੱਦਲ ਆ ਜਾਣਗੇ, ਪਰ ਮੀਂਹ ਉੱਥੇ ਉੱਥੇ ਪਏਗਾ ਜਿੱਥੇ ਜਿੱਥੇ ਤਪਾ ਜਾਏਗਾ। ਪਹੁੰਚਤ ਜਬ ਕਿਦਾਰ ਮਹਿ ਜਾਏ, ਤਬ ਦੇਖੋ ਘਣ ਜਲ ਬਰਖਾਏ। ਉਹਦੇ ਬਾਹਰ ਨਿਕਲਦੇ ਨਾਲ ਬੱਦਲ ਆ ਜਾਣਗੇ। ਖੇਤ ਵਿੱਚ ਪੈਰ ਲਾਉਂਦਿਆਂ ਨਾਲ ਜਾਂ ਉਹਦਾ ਕਿਸੇ ਵੀ ਸਰੀਰ ਦਾ ਅੰਗ ਲਾਉਂਦਿਆਂ ਨਾਲ ਮੀਂਹ ਵੀ ਪਏਗਾ, ਭਰ ਕੇ ਮੀਂਹ ਪਏਗਾ। ਇਮ ਸੁਣ ਸਭ ਕੇ ਜਾਗਿਓ ਚਾਓ, ਕਹਿਤ ਭਏ ਲਿਹੋ ਇਹੋ ਪਤੇ ਆਏ। ਇਹ ਸੁਣ ਕੇ ਸਾਰਿਆਂ ਦੇ ਅੰਦਰ ਬੜਾ ਚਾਅ ਕਿ ਖੇਤਾਂ 'ਚ ਲਿਜਾਣ ਤੋਂ ਪਹਿਲੋਂ ਪਤਿਆ ਕੇ ਵੇਖ ਲਓ, ਜਮੈਸ਼ ਕਰ ਲਓ। ਪਹਿਲੋਂ ਤਪੇ ਨੂੰ ਪਿਆਰ ਨਾਲ ਬਾਹਰ ਸੱਦ ਲਓ। ਜੇ ਤੇ ਬੱਦਲ ਆ ਗਿਆ, ਬੱਦਲ ਬਣ ਗਿਆ, ਬਸ ਫਿਰ ਨਹੀਂ ਵੇਖਣਾ ਕਿੱਧਰ ਨੂੰ ਖਿੱਚਣਾ। ਗਮਣੇ ਰਾਹਕ ਸਭ ਮਿਲਤਾ, ਸਤਿਤ ਤਪਾ ਗਾਦੇ ਪਰ ਜਹਾ। ਇਹ ਸਲਾਹ ਕਰਕੇ ਕਿਸਾਨ ਪਹੁੰਚ ਗਏ ਜਿੱਥੇ ਤਪਾ ਆਪਣੀ ਗੱਦੀ ਲਾ ਕੇ ਹੰਕਾਰ ਦੇ ਵਿੱਚ ਫੁੱਲਿਆ ਹੋਇਆ ਬੈਠਾ ਹੈ। ਗਰਭ ਹਰਖ ਮਹਿ ਫੂਲਿਓ ਬੈਸਾ, ਤੇਜ ਤਰੇ ਪੈ ਉਪਨਿਓ ਜੈਸਾ। ਹੰਕਾਰ ਦੇ ਨਾਲ ਇਸ ਤਰ੍ਹਾਂ ਫੁੱਲਿਆ ਹੋਇਆ ਬੈਠਾ ਸੀ ਕਿ ਜਿਵੇਂ ਦੁੱਧ ਥੱਲੇ ਅੱਗ ਬਾਲੀਏ ਨਾ, ਫਿਰ ਉਬਾਲਾ ਖਾ ਕੇ ਪਤੀਲੇ 'ਚੋਂ ਬਾਹਰ ਆਉਂਦਾ ਹੈ। ਬਸ ਇਹ ਵੀ ਆਪਣੇ ਸਰੀਰ ਤੋਂ ਬਾਹਰ ਹੀ ਆਇਆ ਪਿਆ, ਨਾ ਫੁੱਲਿਆ ਪਿਆ ਕਿ ਮੋਢਿਆਂ ਤੋਂ ਸਿਰ ਤੋਂ ਵੀ ਉੱਤੇ ਨਿਕਲਿਆ ਪਿਆ ਕਿ ਬੜਾ ਚੰਗਾ ਕੰਮ ਕੀਤਾ ਗੁਰੂ ਸਾਹਿਬ ਨੂੰ ਕੱਢ ਕੇ। ਕ੍ਰਿਕ ਕਾਰ ਬ੍ਰਿੰਦ ਜਾਏ ਕਰ ਕਹਿਓ, ਸੁਣੋ ਤਪਾ ਜੇ ਨਹਿ ਘਣ ਲਹਿਓ। ਕਿਸਾਨ ਕੱਲ੍ਹ ਗਏ ਸਨ, ਅੱਜ ਗੁਰੂ ਸਾਹਿਬ ਦੇ ਕਹਿਣ 'ਤੇ ਗਏ, ਹੁਣ ਤੀਸਰੀ ਵਾਰੀ ਫਿਰ ਆ ਗਏ। ਕਹਿੰਦੇ ਤਪਾ ਜੀ ਮੀਂਹ ਨਹੀਂ ਆਇਆ, ਬੱਦਲ ਨੇੜੇ ਤੇੜੇ ਵੀ ਕੋਈ ਨਹੀਂ। ਅੱਬੇ ਆਪ ਕਰਨਾ ਕੋ ਧਾਰ, ਉੱਠ ਕਰ ਪਾਵੋ ਚਰਨ ਕਿਧਾਰ। ਹੁਣ ਕਿਸਾਨਾਂ ਨੇ ਆਪਣੇ ਤੌਰ 'ਤੇ ਪਹਿਲਾਂ ਤਾਂ ਮਿੱਠੀ ਮਿੱਠੀ ਬੇਨਤੀ ਕੀਤੀ ਕਿ ਤਪਾ ਜੀ ਤੁਸੀਂ ਬੜੇ ਮਹਾਂਪੁਰਸ਼ ਹੋ, ਤੁਸੀਂ ਕਿਰਪਾ ਕਰੋ, ਇੱਕ ਵਾਰੀ ਇੱਥੇ ਉੱਠੋ, ਸਾਡੇ ਚਰਨਾਂ ਦੇ ਵਿੱਚ ਜਾ ਕੇ ਤੁਸੀਂ ਆਪਣੇ ਚਰਨ ਪਾ ਦਿਓ, ਖੇਤਾਂ 'ਚ ਚਰਨ ਪਾ ਦਿਓ। ਹੋ ਸਕਦਾ ਤੁਹਾਡੇ ਚਰਨ ਪੈਰ ਨੂੰ ਕਰਕੇ ਮੀਂਹ ਪੈ ਜਾਏ। ਤੁਮਰੇ ਚਲੇ ਜੇ ਘਨ ਬਰਖੈ ਹੈ, ਇਸ ਤੇ ਹਮ ਮਨ ਕਾਮਣ ਪੈ ਹੈ।
ਜੇ ਤੁਸੀਂ ਕਿਰਪਾ ਕਰੋ ਚਲੋ ਤੁਹਾਡੇ ਚਰਨ ਪੈਣ ਨਾਲ ਮੀਂਹ ਪੈ ਜਾਊਗਾ ਤੇ ਸਾਡੀ ਕਾਮਨਾ ਪੂਰੀ ਹੋ ਜਾਏਗੀ। ਸਾਨੂੰ ਲੱਗਦਾ ਤੁਸੀਂ ਬੜੇ ਤਪਸਵੀ ਜੇ, ਸਾਡੇ ਖੇਤਾਂ ਵਿੱਚ ਜਾਓਗੇ ਜ਼ਰੂਰ ਮੀਂਹ ਪਏਗਾ। ਜੇ ਹਿਤ ਚਾਹਤ ਆਪ ਹਮਾਰਾ, ਨਿਕਸੋ ਬਾਹਰ ਗਮਹੁ ਕਿਤਾਰਾ। ਹੁਣ ਕਿਸਾਨ ਕਹਿੰਦੇ ਨੇ ਤਪਾ ਜੀ ਜੇ ਤੁਸੀਂ ਸੱਚਮੁੱਚ ਸਾਡਾ ਹਿੱਤ ਚਾਹੁੰਦੇ ਹੋ, ਭਲਾ ਚਾਹੁੰਦੇ ਹੋ, ਤੇ ਫਿਰ ਕਿਰਪਾ ਕਰੋ ਸਾਡੇ ਨਾਲ ਚੱਲੋ, ਖੇਤਾਂ 'ਚ ਜਾਓ। ਹਮ ਸਭ ਚੱਲ ਹੈ ਸੰਗ ਤੁਮਾਰੇ, ਕਰੋ ਗ੍ਰਾਮ ਪਰ ਅਸ ਉਪਕਾਰੇ। ਕਿਸਾਨ ਕਹਿੰਦੇ ਨੇ ਤਪਾ ਜੀ ਅਸੀਂ ਸਾਰੇ ਤੁਹਾਡੇ ਨਾਲ ਜਾਵਾਂਗੇ, ਸਾਡੇ ਪਿੰਡ ਤੇ ਸਾਡੇ ਨਗਰ ਤੇ ਇਲਾਕੇ ਤੇ ਪਰਉਪਕਾਰ ਕਰਦੇ ਹੋ। ਕਰਤ ਮ੍ਰਿਦਲਤਾ ਜੁਤ ਪਤਿਆਵਣ, ਇਮ ਕਹਿ ਬਹੁ ਬਿਦ ਕੀਏ ਨਿਕਸਾਵਣ। ਬੜੀ ਨਿਮਰਤਾ ਦੇ ਨਾਲ ਮਿੱਠੀ ਮਿੱਠੀ ਬੇਨਤੀ ਕੀਤੀ ਜੀ। ਜਿੰਨੇ ਕੋ ਉਹਨੂੰ ਪੰਪ ਦੇ ਸਕਦੇ ਸਨ ਦਿੱਤੇ ਕਿ ਤੁਸੀਂ ਬੜੇ ਮਹਾਂਪੁਰਸ਼ ਹੋ, ਬੜੇ ਤਪਸਵੀ ਹੋ, ਸਾਡੇ 'ਤੇ ਕਿਰਪਾ ਕਰੋ। ਔਰ ਪਤਿਆਉਣ ਦੇ ਵਾਸਤੇ, ਵੇਖਣ ਦੇ ਵਾਸਤੇ ਕਿ ਬੱਦਲ ਬਣਦੇ ਨੇ ਕਿ ਨਹੀਂ, ਇੱਕ ਵਾਰੀ ਬਾਹਰ ਕਿਸੇ ਤਰ੍ਹਾਂ ਕੱਢੀਏ। ਵਹਿਰ ਗ੍ਰਾਮ ਤੇ ਨਿਕਸਿਓ ਸਦਾ ਜਦਾ, ਸਮੁਖ ਆਏ ਕਣ ਦੇਖਿਓ ਤਦਾ। ਜਿਵੇਂ ਹੀ ਉਹ ਨਗਰ ਤੋਂ ਡੇਰੇ ਤੋਂ ਬਾਹਰ ਨਿਕਲਿਆ, ਬਸ ਬੱਦਲ ਤੇ ਇਕੱਠੇ ਹੋ ਕੇ ਆ ਗਏ, ਕਾਲੀ ਘਟਾ ਛਾ ਗਈ। ਔਰ ਜਿਵੇਂ ਉੱਤੇ ਬੱਦਲ ਬਣੇ, ਕਾਲੀ ਘਟਾ ਛਾਉਣ ਲੱਗੀ, ਜ਼ਿਮੀਂਦਾਰ ਖੁਸ਼ ਹੋ ਗਏ। ਪਤਾ ਲੱਗੇ ਉਹ ਸਭ ਕੇ ਮਨ ਮਾਹੀ, ਗੁਰਸਿੱਖ ਭਣਿਓ ਸੋ ਮਿਥਿਆ ਨਾਹੀ। ਇਹ ਸਭ ਨੂੰ ਪਤਾ ਲੱਗ ਗਿਆ ਕਿ ਗੁਰੂ ਆਪ ਕਿੰਨਾ ਕੁ ਸਮਰੱਥ ਹੋ ਗਿਆ, ਤੇ ਗੁਰੂ ਸਾਹਿਬ ਦੇ ਸਿੱਖ ਦਾ ਕਹਿਆ ਹੋਇਆ ਝੂਠਿਆ ਨਹੀਂ ਨਿਕਲਿਆ, ਗੁਰੂ ਦੇ ਸਿੱਖ ਦੀ ਗੱਲ ਸੱਚੀ ਹੋ ਗਈ। ਕਰਤ ਵਾਰਤਾ ਵੇਗ ਚਲੇ ਹੈ, ਪਰਖਤ ਸਿੱਖ ਕੋ ਬਾਕ ਭਲੇ ਹੈ। ਇਹਨੇ ਗੱਲ ਕਹਿੰਦੇ ਹੋਏ ਨਾ ਤਪੇ ਦਾ ਹੱਥ ਪੜਿਆ, ਕਹਿੰਦੇ ਤਪਾ ਜੀ ਥੋੜ੍ਹੀ ਛੇਤੀ ਚੱਲੋ। ਨਾਲੇ ਆਪਸ ਵਿੱਚ ਕਹਿੰਦੇ ਨੇ ਗੁਰੂ ਕੇ ਸਿੱਖ ਦੀ ਗੱਲ ਜਿਹੜੀ ਸੱਚੀ ਹੋ ਗਈ, ਥੋੜ੍ਹਾ ਜਿਹਾ ਤੇਜ਼ ਚੱਲੋ। ਲੈ ਜਬ ਗਏ ਕਿਦਾਰ ਮਝਾਰ, ਬਰਖਣ ਬੂੰਦਾ ਲਗੇ ਫੁਹਾਰ। ਜਿਵੇਂ ਉਸ ਤਪੇ ਨੂੰ ਇੱਕ ਖੇਤ ਵਿੱਚ ਲੈ ਕੇ ਗਏ, ਬਸ ਬੂੰਦਾ ਬੰਦੇ ਕਿ ਉੱਥੇ ਤੇ ਜਿਵੇਂ ਫੁਹਾਰਾ ਹੀ ਛੁੱਟ ਗਿਆ, ਜਿਵੇਂ ਵੱਡਾ ਸਮਰਸੀਬਲ ਹੀ ਚੱਲ ਗਿਆ। ਉਹ ਪੂਰਾ ਤੇਜ ਮੁਰਲੇ ਧਰਮੀ ਔਰ ਕੇਵਲ ਉਸੇ ਖੇਤ ਵਿੱਚ ਪਿਆ। ਦੂਸਰ ਖੇਤ ਵਿਖੇ ਪਗਟ ਧਾਰਾ, ਮੋਜਤ ਭਏ ਮੇਘ ਜਲ ਧਾਰਾ। ਤੇ ਜਦੋਂ ਦੂਸਰੇ ਖੇਤ ਵਿੱਚ ਪੈਰ ਰੱਖਿਆ, ਉਸੇ ਤਰ੍ਹਾਂ ਦੇ ਮੀਂਹ ਉਸੇ ਸਾਰੇ ਖੇਤ ਵਿੱਚ ਪੈਣ ਲੱਗ ਪਿਆ। ਲਾਗੂ ਦਿਨ ਰਹਿਓ ਚਿੰਤ ਉਪਜਾਵੈ, ਨਿਜ ਨਿਜ ਦਿਸ ਕੋ ਚਹਿਤ ਚਲਾਵੈ। ਹੁਣ ਦਿਨ ਥੋੜ੍ਹਾ ਰਹਿ ਗਿਆ ਸੀ, ਤੇ ਪਿੰਡ ਦੀ ਜ਼ਮੀਨ ਕਿਹੜਾ ਥੋੜ੍ਹੀ ਹੈ, ਕਿਸੇ ਕੋਲ 10 ਕਿੱਲੇ ਨੇ, 20 ਕਿੱਲੇ ਨੇ, ਕਿਸੇ ਕੋਲ 40-50 ਵੀ ਹੋਣਗੇ। ਸਭ ਨੂੰ ਚਿੰਤਾ ਲੱਗੀ ਕਿ ਸਾਰੇ ਖੇਤਾਂ ਵਿੱਚ ਕਿਵੇਂ ਜਾਏ, ਕਿੱਥੋਂ ਕਿੱਥੋਂ ਤੱਕ ਲੈ ਕੇ ਜਾਈਏ। ਸਾਰੇ ਆਪੋ ਆਪਣੇ ਵਾਲੇ ਪਾਸੇ ਖਿੱਚਣ ਲੱਗ ਪਏ। ਆਪਸ ਮੈਂ ਰਾਹਕ ਕਰ ਗਿਣ ਕੋ, ਕਿਮ ਇਹ ਕਾਰਜ ਪੂਰ ਸਭਨ ਕੋ। ਆਪਸ ਵਿੱਚ ਕਿਸਾਨ ਜਿਹੜੇ ਗਿਣਤੀਆਂ ਮਿਣਤੀਆਂ ਵੀ ਕਰਦੇ ਨੇ ਕਿ ਇਹ ਸਾਰਿਆਂ ਦੇ ਕਾਰਜ ਕਿਵੇਂ ਪੂਰੇ ਹੋਣਗੇ। ਥੋੜ੍ਹੇ ਥੋੜ੍ਹੇ ਖੇਤ ਵੰਡ ਲਈਏ ਕਿ 2-4 ਖੇਤਾਂ 'ਚ ਤੁਹਾਡੇ 'ਚ ਚਲਾ ਜਾਏ, 2-4 ਸਾਡੇ 'ਚ ਚਲਾ ਜਾਏ। ਨਿਜ ਕਤਾਰ ਦਿਸ ਐਂਚਣ ਲਾਗੇ, ਜਿਤਤ ਪਰਸ ਪਰ ਰਿਸ ਉਰ ਜਾਗੇ। ਹੁਣ ਦਿਨ ਉੱਧਰੋਂ ਵੇਖਦੇ ਨੇ, ਬਾਰ-ਬਾਰ ਵੇਖਦੇ ਨੇ ਕਿ ਦਿਨ ਥੋੜ੍ਹਾ ਰਹਿ ਗਿਆ। ਬਸ ਜੇ 2-4 ਖੇਤਾਂ 'ਚ ਜਾਣਾ, ਜ਼ਿਮੀਂਦਾਰ ਕਹਿੰਦਾ ਪਹਿਲੋਂ ਮੇਰੇ ਖੇਤ 'ਚ, ਦੂਸਰਾ ਕਹਿੰਦਾ ਪਹਿਲੋਂ ਮੇਰੇ ਖੇਤ 'ਚ। ਆਪਸ ਵਿੱਚ ਪਹਿਲੋਂ ਤੇ ਖੈਬੜੇ। ਤਪਾ ਭਇਓ ਵਿਆਕੁਲ ਤਿਸ ਕਾਲਾ, ਝਿਰਕ ਝਿਰਕ ਤਿੰਨ ਪਰੇ ਵਿਸਾਲਾ। ਜਦੋਂ ਤਪੇ ਨੂੰ ਕੋ ਸੱਜਿਓ ਕੋ ਖੱਬਿਓ ਲੱਗਾ ਖਿੱਚਣ, ਜਉਂ ਲੱਗੇ ਭਜਾਉਣ। ਹੁਣ ਤਪਾ ਜਿਹੜਾ ਚੌਂਕੜੀ ਮਾਰ ਕੇ ਬਹਿਣ ਵਾਲਾ, ਇਕੱਲਾ ਦੁੱਧ ਪੀਣ ਵਾਲਾ ਹੈ, ਉਹ ਤਾਂ ਕਹਿੰਦਾ ਬਾਬਾ ਜੀ ਅੰਨ ਵੀ ਨਹੀਂ ਸਕਦੇ। ਉਹ ਜਿਹਨੇ ਕਦੇ ਤੁਰ ਕੇ ਵੀ ਨਹੀਂ ਦੇਖਿਆ ਹੋਣਾ, ਇੱਕਦਮ ਉਹਨੂੰ ਭੱਜਣਾ ਪੈ ਜੇ ਤਾਂ ਹਾਲਤ ਕੀ ਬਣਦੀ ਹੈ। ਤਪਾ ਝਿੜਕੇ ਰੁਕੇ, ਪਰ ਜ਼ਿਮੀਂਦਾਰ ਕਿੱਥੇ ਹਟਣਾ। ਕਹਿਓ ਤਪੇ ਕੋ ਨਹਿ ਕੋ ਮੰਨੈ, ਨਿਜ ਕਤਾਰ ਟਿਕ ਸਭ ਸੋ ਆਨੇ। ਤਪਾ ਝਿੜਕਦਾ ਹੈ, ਪਰ ਜ਼ਿਮੀਂਦਾਰ ਕਹਿੰਦੇ ਬਾਬਿਆ ਹੁਣ ਤੇਰੀ ਗੱਲ ਕਿਹਨੇ ਸੁਣੀ। ਉਹਦੇ ਝਿੜਕ ਕੋਈ ਨਾ ਸੁਣੇ, ਆਪੋ ਆਪਣੇ ਖੇਤਾਂ ਵਿੱਚ ਭਜਾ ਕੇ ਲਿਜਾ।
ਖੈਂਚਤ ਖੈਂਚਤ ਭਇਓ ਬਿਹਾਲਾ, ਬੋਲਣ ਤੇ ਥੱਕ ਰਹਿਓ ਨਾ ਚਾਲਾ। ਕਹਿੰਦੇ ਖਿੱਚਦੇ ਖਿੱਚਦੇ ਭੱਜਦਾ ਬਿਹਾਲ ਹੋ ਗਿਆ। ਝਿੜਕਦਾ ਸੀ, ਉੱਚੇ ਉੱਚੇ ਬੋਲਦਾ ਸੀ, ਗਲਾ ਜਿਹੜਾ ਪਟ ਗਿਆ, ਗਲਾ ਬਹਿ ਗਿਆ। ਜਬ ਚਲਬੇ ਤੇ ਹੱਡ ਸੋ ਰਹਿਓ, ਮੋਹਣ ਪਿਤਾ ਆਏ ਤਬ ਕਹਿਓ। ਹੁਣ ਜਦੋਂ ਵਿਆਕਲ ਹੋ ਗਿਆ, ਉਹ ਭੱਜੜੋ ਤੇ ਕਿਤੇ ਰਿਹਾ ਡਿੱਗ ਗਿਆ, ਲੰਮੇ ਪੈ ਗਿਆ ਕਿ ਹੁਣ ਨਹੀਂ ਜਾਇਆ ਜਾਂਦਾ। ਕਹਿੰਦੇ ਉਦੋਂ ਮੋਹਣ ਪਿਤਾ, ਭਾਵ ਕਿ ਬਾਬਾ ਮੋਹਣ ਜੀ ਦੇ ਪਿਤਾ ਧੰਨ ਗੁਰੂ ਅਮਰਦਾਸ ਜੀ ਵੀ ਆ ਗਏ। ਉਹਨਾਂ ਨੇ ਆ ਕੇ ਫਿਰ ਕਿਹਾ, ਮਾਸ ਅਸਥ ਜਹ ਜਹ ਲੈ ਜੈ ਹੋ, ਤਹ ਤਹ ਬਰਖਾ ਘਣਕੀ ਪੈ ਹੋ। ਸਤਿਗੁਰੂ ਕਹਿੰਦੇ ਨੇ ਭਾਈ ਜੇ ਸਾਰਾ ਨਹੀਂ ਜਾਂਦਾ ਤੇ ਕੋਈ ਗੱਲ ਨਹੀਂ, ਜਿਹਨੂੰ ਜੋ ਕੁਛ ਮਿਲਦਾ, ਕਿਸੇ ਨੂੰ ਮਾਸ, ਕਿਸੇ ਨੂੰ ਉਂਗਲੀ, ਕਿਸੇ ਨੂੰ ਹੱਡੀ ਬੋਟੀ, ਜਿੱਥੇ ਜਿੱਥੇ ਵੀ ਲੈ ਕੇ ਜਾਓਗੇ ਉੱਥੇ ਉੱਥੇ ਬੜਾ ਮੀਂਹ ਪਏਗਾ। ਸੁਣ ਕੇ ਸਬਨ ਘਸੀਟਿਓ ਸਤਜਦਾ, ਨਿਕਸੇ ਪ੍ਰਾਣ ਭਇਓ ਹੱਥ ਤਦਾ। ਇਹਨੇ ਜਗ ਜ਼ਿਮੀਦਾਰ ਆਪਣੀ ਜੋਗ ਵੀ ਲੈ ਕੇ ਆ ਗਿਆ, ਬਲਦ ਪੰਜਾਲੀ ਪਾਈ ਹੈ ਕਿ ਖਿੱਚ ਕੇ ਹੁਣ ਕਿੱਥੇ ਲਿਜਾਇਆ ਜਾਣਾ ਹੈ। ਬਲਦਾਂ ਦੇ ਪਿੱਛੇ ਪਾ ਕੇ ਭਜਾਇਆ ਕਿ ਕੁਝ ਨਾ ਕੁਝ ਛੇਤੀ ਬਲਦ ਭੱਜਣਗੇ। ਖਿੱਚਦੇ ਖਿੱਚਦੇ ਉਹਦੇ ਪ੍ਰਾਣ ਨਿਕਲ ਗਏ। ਪਰ ਹੁਣ ਜ਼ਿਮੀਦਾਰਾਂ ਨੇ ਵੇਖਣਾ ਥੋੜ੍ਹੀ ਸੀ ਮਰਿਆ ਕਿ ਜਿੰਦਾ, ਉਹਨਾਂ ਤੇ ਵੇਖਣਾ ਸੀ ਕਿੱਥੋਂ ਤੱਕ ਜਾ ਸਕਦਾ ਹੈ। ਰਹੇ ਬਰਖਾ ਬਿਨ ਖੇਤ ਹਮਾਰੇ, ਇਮ ਬੋਲਤ ਯਾਰ ਚਿੰਤ ਵਿਚਾਰੇ। ਤੇ ਬਾਕੀ ਦੇ ਜ਼ਿਮੀਦਾਰ ਹਜੇ ਵੇਖਦੇ ਨੇ ਸਾਡੇ ਖੇਤ ਰਹਿ ਜਾਣੇ ਨੂੰ, ਬੜੀ ਦੂਰ ਨੇ। ਜੇ ਮੀਂਹ ਨਾ ਪਿਆ ਤੇ ਅਸੀਂ ਕੀ ਕਰਾਂਗੇ, ਚਿੰਤਾ ਦੇ ਵਿੱਚ ਆ ਕੇ ਉਹ ਦੁਖੀ ਹੋ ਰਹੇ ਨੇ। ਏਕ ਮਰੇ ਜਿਵੇਂ ਸਭ ਗਾਉ, ਯਾਤੇ ਤੋਰ ਲੀਏ ਕਰ ਪਾਉ। ਹੁਣ ਜਿਨ੍ਹਾਂ ਨੂੰ ਕਹਿੰਦੇ ਨੇ ਨਾ ਇੱਕ ਥਾਂ ਤੇ ਜਿਨ੍ਹਾਂ ਦੀ ਅਕਲ ਰੁਕ ਜੇ, ਅਕਲ ਤੇ ਪੜਦਾ ਪੈ ਜੇ, ਇਹ ਗੱਲ ਇਹਨਾਂ ਨੇ ਧੰਨ ਗੁਰੂ ਅੰਗਦ ਦੇਵ ਜੀ ਨੂੰ ਕਹੀ ਸੀ ਕਿ ਜੇ ਇੱਕ ਪਿੰਡ ਉਜੜਨ ਦੇ ਨਾਲ ਦੇਸ਼ ਬਚ ਜੇ ਤੇ ਪਿੰਡ ਨੂੰ ਉਜਾੜ ਦੇਣਾ ਚਾਹੀਦਾ ਹੈ। ਇੱਕ ਖਾਨਦਾਨ ਕਰਕੇ ਪਿੰਡ ਬਚ ਜੇ ਤੇ ਖਾਨਦਾਨ ਨੂੰ ਉਜਾੜ ਦੇਣਾ ਚਾਹੀਦਾ ਹੈ। ਤੇ ਇੱਕ ਬੰਦੇ ਦੇ ਜਾਣ ਨਾਲ ਪਿੰਡ ਸੁਖੀ ਹੋ ਜੇ ਤੇ ਇਕੱਲਾ ਬੰਦਾ ਹੀ ਚਲਾ ਜਾਣਾ ਚਾਹੀਦਾ ਹੈ। ਹੁਣ ਉਹੀ ਲੋਕ ਕਹਿੰਦੇ ਨੇ ਜੇ ਇੱਕ ਮਰ ਜੇ ਤੇ ਕੋਈ ਗੱਲ ਨਹੀਂ, ਸਾਰਾ ਪਿੰਡ ਬਚ ਜਾਏਗਾ, ਜੇ ਮਰਦਾ ਤੇ ਕੋਈ ਗੱਲ ਨਹੀਂ। ਆਪੋ ਆਪਣੇ ਖੇਤ ਪਧਾਰੇ, ਜਹ ਜਹ ਪਸਰਿਓ ਘਣ ਸਾਰੇ। ਬਸ ਹੁਣ ਕਿਸਾਨ ਉਹਨਾਂ ਦੇ ਕੋਲ ਉਹਨਾਂ ਦੇ ਹਥਿਆਰ ਤੇ ਹੁੰਦੇ ਨੇ, ਕਿਸੇ ਕੋਲ ਕਈ ਸੀ, ਕਿਸੇ ਕੋਲ ਦਾਤੀ ਸੀ, ਮਰ ਤੇ ਗਿਆ ਹੀ ਹੈ। ਉਹ ਕਿਸੇ ਨੇ ਉਂਗਲੀ ਵੱਢੀ, ਕਿਸੇ ਨੇ ਪੋਟੇ ਲਈ, ਕਿਸੇ ਨੇ ਬਾਂਹ ਉਹਦੇ ਖਿੱਚੀ, ਕਿਸੇ ਨੇ ਮਾਸ ਦਾ ਟੁਕੜਾ ਹੱਥ ਵਿੱਚ ਆਇਆ ਲੈ ਕੇ ਖੇਤਾਂ ਨੂੰ ਭੱਜ ਪਏ। ਔਰ ਜਿਹੜੇ ਜਿਹੜੇ ਖੇਤ ਵਿੱਚ ਜਾਣ ਉੱਥੇ ਉੱਥੇ ਮੀਂਹ ਪਵੇ। ਤਪਾ ਮਰੇ ਤੇ ਇੱਕ ਰਸ ਬਾਰ, ਬਰਖਾ ਕੀਨਸ ਮੇਘ ਕਿਦਾਰ। ਜ਼ਿਮੀਦਾਰ ਹਜੇ ਲੱਤਾਂ ਬਾਹਾਂ ਲੈ ਕੇ ਭੱਜ ਰਹੇ ਸਨ, ਖੇਤ ਵਿੱਚ ਪਹੁੰਚੇ ਵੀ ਨਹੀਂ ਕਿਉਂਕਿ ਤਪਾ ਮਰ ਗਿਆ। ਤੇ ਜਦੋਂ ਹੀ ਤਪਾ ਮਰਿਆ ਫਿਰ ਇੱਕ ਸਾਰ ਸਾਰੇ ਪਾਸੇ, ਇਕੱਲੇ ਪਿੰਡ 'ਚ ਨਹੀਂ ਸਾਰੇ ਇਲਾਕੇ 'ਚ ਮੀਂਹ ਪੈਣਾ ਸ਼ੁਰੂ ਹੋ ਗਿਆ। ਇੱਕ ਸਾਰ ਮੀਂਹ ਬਰਸਿਆ। ਮਹਾਪਖੰਡੇ ਸਭਨ ਜਾਣਿਓ, ਦੁਵੈਸ਼ ਠਾਨ ਗੁਰ ਕੋ ਨਿਕਸਾਨਿਓ। ਹੁਣ ਸਾਰਿਆਂ ਨੇ ਤਪੇ ਨੂੰ ਸਮਝਿਆ ਕਿ ਬੜਾ ਪਖੰਡੀ ਸੀ। ਇਹ ਸਮਝ ਕੇ ਉਹਨਾਂ ਨੇ ਜਿਹੜੇ ਗੁਰੂ ਨਾਲ ਈਰਖਾ ਕਰਦੇ ਸਨ, ਈਰਖਾ ਵੀ ਛੱਡੀ, ਗੁਰੂ ਤੇ ਭਰੋਸਾ ਵੀ ਬਣਿਆ ਕਿ ਗੁਰੂ ਦੇ ਸਿੱਖ ਇੰਨੇ ਜੇ ਕਰਨੀ ਵਾਲੇ ਨੇ। ਗੁਰੂ ਕੇ ਸਿੱਖ ਦਾ ਕਹਿਆ ਹੋਇਆ ਬੋਲ ਵਿਰਥ ਨਹੀਂ ਜਾਂਦਾ। ਔਰ ਇੱਥੇ ਵਿਚਾਰ ਵੀ ਨਿਕਲਦੀ ਹੈ ਕਿ ਧੰਨ ਬਾਬਾ ਅਮਰਦਾਸ ਜੀ ਜਿਨ੍ਹਾਂ ਨੇ ਕਦੇ ਕਿਸੇ ਦਾ ਮਾੜਾ ਚਿਤਵਿਆ ਹੀ ਨਹੀਂ, ਉਹ ਤਪੇ ਨੂੰ ਇਸ ਤਰ੍ਹਾਂ ਦੀ ਮੌਤ ਮਰਵਾ ਸਕਦੇ ਨੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇੱਕ ਹੁਕਮ ਹੈ, ਭਾਵੇਂ ਬਾਅਦ ਵਿੱਚ ਆਇਆ, ਕਿ ਨਿੰਦਾ ਸੁਣੈ ਨਾ ਗੁਰ ਕੇ ਕਾਨ, ਕਹਿੰਦੇ ਭੇਟ ਕਰੇ ਤਿਸ ਕੋ ਕਿਰਪਾਨ। ਗੁਰੂ ਦੀ ਨਿੰਦਿਆ ਕਰੇ ਤੇ ਸਿੱਖ ਕੰਨ ਨਾਲ ਸੁਣੇ ਨਾ, ਫਿਰ ਉਹਨੂੰ ਕਿਰਪਾਨ ਭੇਟ ਕਰ ਹੀ ਦੇ। ਪਰ ਕਈ ਵਾਰੀ ਫਿਰ ਸਾਨੂੰ ਲੱਗਦਾ ਕਿ ਇਹ ਨਿਹੰਗ ਸਿੰਘਾਂ ਨੇ ਕੀ ਕਰ ਦਿੱਤਾ। ਗੁਰੂ ਦੀ ਬੇਅਦਬੀ ਕਰਦਾ ਹੋਵੇ ਤੇ ਗੁਰੂ ਕਾ ਸਿੰਘ ਫਿਰ ਉਹਨੂੰ ਛੱਡ ਦੇ। ਇਸ ਤਰ੍ਹਾਂ ਉਸ ਤਪੇ ਦੀ ਮੌਤ ਹੋਈ।
ਧੰਨ ਬਾਬਾ ਅਮਰਦਾਸ ਜੀ। ਉਸ ਤੋਂ ਬਾਅਦ ਧੰਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਜਿਵੇਂ ਜਾਣਗੇ। ਇਹ ਰਹਿੰਦਾ ਬਾਕੀ ਦਾ ਪ੍ਰਸੰਗ ਕੱਲ੍ਹ ਸਾਂਝਾ ਕਰਾਂਗੇ। ਹੋਈਆਂ ਭੁੱਲਾਂ ਦੀ ਕੀਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ